ਸਤਿ ਸ਼੍ਰੀ ਅਕਾਲ। ਪ੍ਰਾਊਡ ਸਿੱਖ ਐਂਟਰਪ੍ਰੀਨਿਓਰ ਦੇ ਅੱਜ ਦੇ ਸਫ਼ਰ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਤੁਹਾਡੇ ਨਾਲ ਅਸਮਤਾ ਸਿੰਘ ਮਲਿਕ ਤੇ ਅੱਜ ਦੇ ਸਫ਼ਰ ਵਿੱਚ ਸਾਡੇ ਨਾਲ ਜੁੜ ਰਹੇ ਹਨ ਡਾਕਟਰ ਪਰਮੀਤ ਸਿੰਘ ਚੱਡਾ ਜੋ ਕਿ ਵਰਲਡ ਐਕਸਪੋਰਟਸ ਦੇ CEO ਹਨ ਅਤੇ ਨਾਲ ਹੀ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਫਾਊਂਡਰ ਅਤੇ ਪ੍ਰੈਜ਼ੀਡੈਂਟ ਵੀ। ਸਤਿ ਸ਼੍ਰੀ ਅਕਾਲ ਪਰਮੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਰਮੀਤ ਜੀ, ਅੱਜ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ। ਸ਼ੁਰੂਆਤ ਆਪਾਂ ਕਰਾਂਗੇ ਜਦੋਂ ਤੁਹਾਡੀ ਪ੍ਰੋਫੈਸ਼ਨਲ ਲਾਈਫ ਦੀ ਸ਼ੁਰੂਆਤ ਹੋਈ 25 ਸਾਲ ਪਹਿਲਾਂ, ਉਸ ਦੇ ਨਾਲ ਜੁੜਿਆ ਕੁਝ ਕਿੱਸਾ। ਇਸ ਨੇ ਪ੍ਰੋਫੈਸ਼ਨਲ ਲਾਈਫ ਤੇ ਉਸ ਤੋਂ ਪਹਿਲੇ ਸ਼ੁਰੂ ਹੋਈ ਸੀ। ਮੈਂ 14 ਇਅਰਸ ਦਾ ਹੈਗਾ ਸੀ ਤਾਂ ਤੋਂ ਆਪਣੇ ਫਾਦਰ ਸਾਹਿਬ ਦੇ ਨਾਲ ਬਿਜ਼ਨਸ ਸ਼ੁਰੂ ਕਰ ਰਿਹਾ, ਮਤਲਬ ਕੀਤਾ ਹੋਇਆ ਹੈ। ਬਟ 1995 ਜਦ ਮੈਂ ਸਕੂਲ ਮੇਰਾ ਖਤਮ ਹੋਇਆ ਉਸ ਤੋਂ ਬਾਅਦ ਮੈਂ ਫੁੱਲ ਟਾਈਮ ਬਿਜ਼ਨਸ ਵਿੱਚ ਉਤਰ ਗਿਆ, ਕਿਉਂਕਿ ਜਦ ਮੇਰੇ ਸਕੂਲ ਦੇ ਕਲਾਸਮੇਟਸ ਜੌਬ ਕਰਦੇ ਹੁੰਦੇ ਸੀ ਤੇ ਮੈਂ ਉਸੇ ਟਾਈਮ ਇੱਕ ਐਂਟਰਪ੍ਰੀਨਿਓਰ, ਮੈਨੂੰ ਆਪਣੇ ਫਾਦਰ ਤੋਂ ਸ਼ਖਸੀਅਤ ਮਤਲਬ ਉਹਨਾਂ ਨੂੰ ਇੱਕ ਇੰਸਪੀਰੇਸ਼ਨ ਮਿਲੀ ਕਿ ਵੀ ਐਂਟਰਪ੍ਰੀਨਿਓਰ ਬਣਨਾ ਹੈ। ਸੋ ਮੇਰੀ ਤਾਂ ਤੋਂ ਹੀ ਇੱਕ ਐਂਟਰਪ੍ਰੀਨਿਓਰਲ ਜਰਨੀ 1995 ਤੋਂ ਇਮੀਡੀਏਟਲੀ ਸਕੂਲ ਖਤਮ ਹੋਣ ਤੋਂ ਬਾਅਦ ਸ਼ੁਰੂ ਹੋ ਗਈ ਜੀ। ਤੁਸੀਂ ਕੁਝ ਮੰਨਦੇ ਹੋ ਸਕਸੈਸ ਦਾ ਕੁਝ ਖਾਸ ਮੰਤਰਾ ਹੁੰਦਾ? ਸਕਸੈਸ ਦਾ ਮੰਤਰਾ ਜੀ ਇੱਕ ਹਰ ਸਕਸੈਸਫੁਲ ਬਿਜ਼ਨਸਮੈਨ ਜਾਂ ਐਂਟਰਪ੍ਰੀਨਿਓਰ ਦੀ ਇੱਕੋ ਹੀ ਮੰਤਰਾ ਹੈ, ਹਾਰਡ ਵਰਕ, ਡੈਡੀਕੇਸ਼ਨ, ਪਰਸਿਸਟੈਂਸ ਔਰ ਬਸ ਚਲਦੇ ਜਾਓ ਬਸ, ਔਰ ਉੱਪਰ ਵਾਲੇ 'ਤੇ ਆਪਣਾ ਵਿਸ਼ਵਾਸ ਰੱਖੋ। ਜਿਹੜਾ ਇਹ ਸਭ ਚੀਜ਼ਾਂ ਫੋਲੋ ਕਰਦਾ ਹੈ ਤੇ ਉਹ ਸਕਸੈਸ ਪਾ ਹੀ ਲੈਂਦਾ ਹੈ। ਤੁਹਾਨੂੰ ਕਦੀ ਵੀ ਪਹਿਲੇ ਸਾਲ, ਦੂਜੇ ਸਾਲ ਜਾਂ ਇੱਕਦਮ ਇਮੀਡੀਏਟ ਕਦੀ ਸਕਸੈਸ ਨਹੀਂ ਮਿਲੇਗੀ, ਬਟ ਤੁਸੀਂ ਆਪਣੇ ਮੈਂਟਰਸ ਨੂੰ ਫੋਲੋ ਕਰਦੇ ਜਾਓ। ਮੈਂਟਰਸ ਤੁਹਾਡੇ ਫਾਦਰ ਵੀ ਹੋ ਸਕਦੇ ਨੇ, ਤੁਹਾਡੇ ਦੋਸਤ, ਤੁਹਾਡੇ ਜਿਹੜੇ ਤੁਹਾਨੂੰ ਸਿਖਾਉਂਦੇ ਨੇ, ਟੀਚਰ ਨੇ, ਕੋਈ ਵੀ ਹੋ ਸਕਦੇ ਨੇ। ਉਹਨਾਂ ਨੂੰ ਫੋਲੋ ਕਰੀ ਜਾਓ, ਉਹ ਤੁਹਾਨੂੰ ਤੁਹਾਡੀ ਗਲਤੀਆਂ ਪੂਰੀਆਂ ਕਰਦੇ ਰਹਿਣਗੇ ਐਂਡ ਤੁਸੀਂ ਅੱਗੇ ਗਰੋ ਕਰਦੇ ਜਾਓਗੇ। ਤੇ ਸਕਸੈਸ ਨੂੰ ਡਿਫਾਈਨ ਕਿਸ ਤਰ੍ਹਾਂ ਕਰੋਗੇ ਤੁਸੀਂ? ਸਕਸੈਸ ਦੇਖੋ ਪੈਸੇ ਨਾਲ ਕਦੀ ਨਹੀਂ ਕਾਊਂਟ ਹੁੰਦੀ। ਸਕਸੈਸ ਤਾਂ ਤੁਸੀਂ ਅਚੀਵ ਕਰ ਸਕਦੇ ਹੋ ਜਿਹੜਾ ਕਿ ਚੀਜ਼ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਹੋ, ਮਤਲਬ ਉਹ ਤੁਸੀਂ ਪਾ ਲੈਂਦੇ ਹੋ ਤਾਂ ਤੁਸੀਂ ਸਕਸੈਸ ਪਹੁੰਚ ਸਕਦੇ ਹੋ। ਜਿਵੇਂ ਪੈਸਾ, ਕਈ ਲੋਕ ਥੋੜ੍ਹਾ ਪੈਸਾ ਪਾ ਲੈਂਦੇ ਨੇ, ਉਹ ਸੋਚਦੇ ਨੇ ਕਿ ਮੇਰੀ ਸਕਸੈਸ ਪੂਰੀ ਹੋ ਗਈ ਹੈ। ਬਟ ਮੇਰੇ ਵਾਸਤੇ ਸਕਸੈਸ ਇੱਕ ਹੈ ਕਿ ਜਦ ਤੁਸੀਂ ਆਪਣੇ ਪੈਸ਼ਨ ਨੂੰ ਪੂਰਾ ਕਰ ਲੈਂਦੇ ਹੋ ਕਿ ਵੀ ਸਭ ਤੋਂ ਪਹਿਲੇ ਆਪਣਾ ਪੈਸਾ ਕਮਾ ਕੇ ਉਹਦੇ ਬਾਅਦ ਤੁਸੀਂ ਸੁਸਾਇਟੀ ਵਾਸਤੇ ਕੀ ਕਰ ਸਕਦੇ ਹੋ ਜਾਂ ਤੁਸੀਂ ਆਪਣੀ ਫੈਮਿਲੀ ਵਾਸਤੇ ਕੀ ਕਰ ਰਹੇ ਹੋ, ਆਪਣੀ ਫੈਮਿਲੀ ਨੂੰ ਟਾਈਮ ਦੇ ਪਾ ਰਹੇ ਹੋ ਨਹੀਂ ਦੇ ਪਾ ਰਹੇ, ਤੇ ਉਹ ਸਕਸੈਸ ਹੈ। ਤੇ ਡਾਕਟਰ ਪਰਮੀਤ ਸਿੰਘ ਚੱਡਾ ਕਿੰਨੇ ਘੰਟੇ ਕੰਮ ਕਰਦੇ ਆ? ਇਸ ਤਰ੍ਹਾਂ ਹੁਣ ਤੇ ਘੰਟੇ ਘੱਟ ਗਏ ਨੇ। ਮੈਨੂੰ ਯਾਦ ਹੈ ਮੈਂ 16 ਤੋਂ 18 ਘੰਟੇ ਕੰਮ ਕਰਦਾ ਸੀ। ਮੇਰੀ ਮਦਰ ਮੇਰੇ ਨਾਲ ਲੜਾਈ ਕਰਦੀ ਸੀ ਕਿ ਤੂੰ ਪਾਗਲ ਹੋ ਗਿਆ, ਬਟ ਹੁਣ ਵੀ 12-13 ਘੰਟੇ ਤੋਂ ਜ਼ਿਆਦਾ ਹੁਣ ਕੰਮ ਨਹੀਂ ਹੁੰਦਾ। ਹੁਣ ਏਜ ਹੋ ਗਈ ਹੈ ਤੇ ਹੁਣ 12-13 ਘੰਟੇ ਕੰਮ ਕਰ ਲੈਂਦੇ ਆ। ਪਹਿਲੇ ਤਾਂ 16 ਘੰਟੇ 18 ਘੰਟੇ ਕੰਮ ਕਰਦੇ ਸੀ। ਤੇ ਸੋਰਸ ਆਫ ਇਨਸਪੀਰੇਸ਼ਨ, ਸੋਰਸ ਆਫ ਮੋਟੀਵੇਸ਼ਨ, ਸੋਰਸ ਆਫ ਐਨਰਜੀ, ਉਹ ਕੀ ਹੈ ਤੁਹਾਡਾ? ਸੋਰਸ ਆਫ ਇਨਸਪੀਰੇਸ਼ਨ ਸਭ ਤੋਂ ਪਹਿਲੇ ਤੇ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ, ਤੇ ਜਦ ਤੁਸੀਂ ਪੜ੍ਹੋ ਉਹਨਾਂ ਵਿੱਚੋਂ ਗਿਆਨ ਲਓ ਤੇ ਉਸ ਤੋਂ ਜ਼ਿਆਦਾ ਤੇ ਕੋਈ ਸੋਰਸ ਆਫ ਇਨਸਪੀਰੇਸ਼ਨ ਹੋ ਹੀ ਨਹੀਂ ਸਕਦੇ। ਉਸ ਤੋਂ ਬਾਅਦ ਜਿਹੜੇ ਵੀ ਸਾਡੇ ਜਿਨ੍ਹਾਂ ਨੇ ਕੁਝ ਅਚੀਵ ਕੀਤਾ ਹੈ, ਚਾਹੇ ਉਹ ਫੇਸਬੁੱਕ ਦੇ ਫਾਊਂਡਰ ਹੈਗੇ ਨੇ, ਚਾਹੇ ਉਹ ਮੈਕਡੋਨਲਡ ਦੇ ਫਾਊਂਡਰ ਹੈਗੇ ਨੇ, ਮੈਨੂੰ ਇਨਸਪੀਰੇਸ਼ਨਲ ਵੀਡੀਓਜ਼ ਦੇਖਣ ਦਾ ਬੜਾ ਸ਼ੌਕ ਹੈ। ਤੇ ਮੈਂ 2014 ਵਿੱਚ ਜਦ ਇਨਸਪੀਰੇਸ਼ਨਲ ਵੀਡੀਓਜ਼ ਦੇਖਣਾ ਸ਼ੁਰੂ ਕੀਤਾ ਸੀ ਤੇ ਦਿਨ ਦੇ 6-6 ਘੰਟੇ ਮੈਂ ਇਨਸਪੀਰੇਸ਼ਨਲ ਵੀਡੀਓਜ਼ ਦੇਖਣਾ ਸ਼ੁਰੂ ਕਰ ਦਿੱਤਾ ਸੀ। ਤੇ ਮੈਂ ਕੋਈ ਇਸ ਤਰ੍ਹਾਂ ਦਾ ਬਾਇਓਗ੍ਰਾਫੀ ਨਹੀਂ ਹੈ, ਆਟੋਬਾਇਓਗ੍ਰਾਫੀ ਨਹੀਂ ਹੈ ਜਿਹੜੀ ਮੈਂ ਨਾ ਪੜ੍ਹੀ ਹੋਏ। ਸੋ ਇਹ ਜਿਹੜੇ ਮਹਾਨ ਲੋਕ ਨੇ ਇਹਨਾਂ ਦੀ ਬਾਇਓਗ੍ਰਾਫੀ ਪੜ੍ਹਦੇ ਅੱਜ ਮੈਂ ਇੱਥੇ ਤੱਕ ਪਹੁੰਚ ਗਿਆ ਕਿਉਂਕਿ ਪਤਾ ਲੱਗ ਗਿਆ ਕਿ ਸਭ ਦੀ ਜਰਨੀ ਸੇਮ ਹੈ। ਸਭ ਉੱਪਰ ਜਾਣਗੇ, ਸਭ ਨੀਚੇ ਗਿਰਨਗੇ, ਸਭ ਉੱਪਰ ਜਾਣਗੇ, ਸਭ ਨੀਚੇ ਗਿਰਨਗੇ। ਸੋ ਜਿੰਨਾ ਤੁਸੀਂ ਨੀਚੇ ਗਿਰੋਗੇ ਤੁਸੀਂ ਉਨਾ ਹੀ ਉੱਪਰ ਜਾਓਗੇ। ਸੋ ਇਹੀ ਸੋਰਸ ਆਫ ਇਨਸਪੀਰੇਸ਼ਨ ਹੈ। ਯਾਨੀ ਤੁਸੀਂ ਮੰਨਦੇ ਹੋ ਕਿਸੇ ਦੀ ਲਾਈਫ ਅਪਸ ਐਂਡ ਡਾਊਨਸ ਤੋਂ ਬਿਨਾਂ ਕੰਪਲੀਟ ਨਹੀਂ ਹੁੰਦੀ, ਹੋ ਹੀ ਨਹੀਂ ਸਕਦੀ। ਤੇ ਅਗਰ ਡਾਕਟਰ ਪਰਮੀਤ ਸਿੰਘ ਚੱਡਾ ਤੋਂ ਪੁੱਛਿਆ ਜਾਵੇ ਤਾਂ ਉਹਨਾਂ ਦੇ ਤੁਹਾਡੇ ਜੀਵਨ ਦੇ ਉਤਾਰ ਚੜਾਵ ਕੀ ਰਹੇ? ਬਹੁਤ ਉਤਾਰ ਚੜਾਵ ਰਹੇ ਨੇ। ਮਤਲਬ ਮੈਂ 1995 ਵਿੱਚ ਮਤਲਬ ਪਹਿਲੇ ਹੀ 2 ਸਾਲ ਵਿੱਚ ਇੰਨਾ ਪੈਸਾ ਕਮਾ ਲਿੱਤਾ ਸੀ ਕਿ ਪਰਮਾਤਮਾ ਦੀ ਬੜੀ ਦਇਆ ਰਹੀ। ਚੱਲਦੀ ਰਹੀ ਜਰਨੀ, ਚੱਲਦੀ ਰਹੀ, ਕੰਮ ਵਧਾਉਂਦੇ ਰਹੇ। 2008 ਵਿੱਚ ਇੱਕ ਬਹੁਤ ਵੱਡਾ ਰਿਸੈਸ਼ਨ ਆਇਆ ਸੀ। ਇੱਕ ਟਾਈਮ ਐਸਾ ਆ ਗਿਆ ਸੀ ਕਿ ਸਮਝ ਨਹੀਂ ਆਉਂਦਾ ਸੀ ਕਿ ਕਰਨਾ ਕੀ ਹੈ। ਐਕਸਪੋਰਟ ਦਾ ਬਿਜ਼ਨਸ ਹੈ ਤੇ ਐਕਸਪੋਰਟ ਦੇ ਬਿਜ਼ਨਸ ਵਿੱਚ ਇੱਕਦਮ ਹੀ ਗਿਰਾਵਟ ਆ ਗਈ ਸੀ ਜਦ ਕਰੰਸੀਆਂ ਡਬਲ ਹੋ ਗਈ ਸੀ। ਸੋ ਕੰਮ ਬਿਲਕੁਲ ਰੁਕ ਗਿਆ ਸੀ। ਤਾਂ ਵੈਂਚਰਸ ਵਿੱਚ ਡਿਫਰੈਂਟ ਇੰਪੋਰਟਸ ਵੈਂਚਰਸ ਵਿੱਚ ਚਲੇ ਗਏ, ਉਹ ਵੀ ਨਹੀਂ ਚੱਲੇ। ਡਿਫਰੈਂਟ ਵੈਂਚਰਸ ਕਰਦੇ ਰਹੇ ਤੇ ਬਟ ਅਪਸ ਐਂਡ ਡਾਊਨ ਚੱਲਦੇ ਰਹੇ। ਅਪਸ ਐਂਡ ਡਾਊਨ ਹੋਣ ਦੇ ਨਾਲ ਇਹ ਸਿੱਖ ਲਿੱਤਾ ਕਿ ਖਾਲੀ ਨਹੀਂ ਬੈਠਣਾ। ਤੇ ਮੈਨੂੰ ਹੁਣੇ ਵੀ ਯਾਦ ਹੈ ਕਿ ਮੇਰਾ ਇੱਕ ਮੈਂਟੀ ਹੈਗਾ ਸੀ ਜਿਹਨੂੰ ਮੈਂ ਗਾਈਡੈਂਸ ਦਿੰਦਾ ਸੀ ਕਿ ਬਈ ਕਿਵੇਂ ਬਿਜ਼ਨਸ ਕਰਨਾ ਹੈ, ਕਿਵੇਂ। ਮੈਨੂੰ ਬੜਾ ਸ਼ੌਕ ਹੈ ਮੈਂਟਰ ਲੋਕਾਂ ਨੂੰ, ਯੰਗ ਬੱਚਿਆਂ ਨੂੰ ਮੈਂਟਰ ਕਰਨ ਦਾ, ਕਿ ਜਿਵੇਂ ਜਿਨ੍ਹਾਂ ਦੇ ਫਾਦਰ ਵਗੈਰਾ, ਜਿਨ੍ਹਾਂ ਦੇ
ਪੇਰੈਂਟਸ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਤੇ ਉਹ ਮੇਰੇ ਕੋਲ ਆਉਂਦੇ ਨੇ ਗਾਈਡੈਂਸ ਲੈਣ ਵਾਸਤੇ ਕਿ ਪਰਮੀਤ ਸਰ ਹਮ ਪਰਮੀਤ ਵੀਰ ਜੀ ਬੁਲਾਉਂਦੇ ਨੇ ਕਿ ਬਈ ਕਿਵੇਂ ਕਰਨਾ ਚਾਹੀਦਾ ਹੈ। ਆਈ ਸਪੋਰਟ them ਕਿ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਪੈਸੇ ਬਰਬਾਦ ਨਹੀਂ ਕਰਨੇ, ਕਿਉਂਕਿ ਮੈਂ ਬੜੇ ਪੈਸੇ ਬਰਬਾਦ ਕੀਤੇ ਨੇ ਆਪਣੇ ਵੈਂਚਰਸ ਵਿੱਚ ਤੇ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਪੈਸੇ ਬਰਬਾਦ ਨਾ ਹੋਣ। ਤੇ ਇੱਕ ਸਮਾਂ ਇਸ ਤਰ੍ਹਾਂ ਆ ਗਿਆ ਸੀ, ਮੈਂ ਕਾਫੀ ਢਿੱਲਾ ਪੈ ਗਿਆ ਸੀ ਕਿ ਬਈ ਹੁਣ ਲਾਈਫ ਵਿੱਚ ਸਭ ਕੁਝ ਪਾ ਲਿੱਤਾ ਹੈ, ਹੁਣ ਆਰਾਮ ਦੀ ਜ਼ਿੰਦਗੀ ਕਰੋ। ਤੇ ਇੱਕ ਮੇਰੇ ਮੈਂਟੀ ਨੇ ਮੈਨੂੰ ਕਹਿਤਾ ਸੀ, परमीत जी अगर आप जैसे लोग खाली बैठ जाएंगे तो हमारा क्या होगा। सो मैंने वो वर्ड्स ਅੱਜ तक याद ने ਤੇ ਉਸ ਦਿਨ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂ ਦੁਬਾਰਾ ਤੋਂ ਆਪਣੀ ਜਰਨੀ ਸ਼ੁਰੂ ਕੀਤੀ। ਮੈਂ ਸੁਸਾਇਟੀ ਵਾਸਤੇ, ਆਪਣੇ ਵਾਸਤੇ ਤੇ ਕਰ ਹੀ ਰਿਹਾ, ਸੁਸਾਇਟੀ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਔਰ ਡਿਫਰੈਂਟ ਸੋਸ਼ਲ ਕਾਜ਼ਸ ਵਿੱਚ ਡਿਫਰੈਂਟ ਆਰਗੇਨਾਈਜੇਸ਼ਨਸ ਪਾਰਟ ਲਿੱਤਾ ਤੇ ਅੱਜ ਇੱਥੇ ਤੱਕ ਪਹੁੰਚੇ। ਯਾਨੀ ਜਿੰਨਾ ਤੁਸੀਂ ਹੁਣ ਤੱਕ ਮੇਰੇ ਨਾਲ ਸ਼ੇਅਰ ਕੀਤਾ, ਸਾਡੇ ਨਾਲ ਸ਼ੇਅਰ ਕੀਤਾ ਆਪਣੇ ਲਾਈਫ ਐਕਸਪੀਰੀਐਂਸਸ ਨੂੰ, ਕਿ ਪ੍ਰਾਇੋਰਟੀਜ਼ ਚੇਂਜ ਹੁੰਦੀਆਂ ਨੇ ਸਮੇਂ ਦੇ ਨਾਲ। ਬਿਲਕੁਲ, ਪਹਿਲੇ ਜਦ ਤੁਸੀਂ ਜਵਾਨ ਹੁੰਦੇ ਹੋ ਤਾਂ ਸਭ ਤੋਂ ਪਹਿਲੇ ਤੁਸੀਂ ਆਪਣਾ ਇੱਕ ਕੈਰੀਅਰ ਫਿਊਚਰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਫਿਰ ਤੁਹਾਡੀ ਵਿਆਹ ਹੋ ਜਾਂਦਾ ਹੈ ਤੇ ਤੁਸੀਂ ਆਪਣੇ ਬੱਚਿਆਂ ਬਾਰੇ, ਆਪਣੀ ਫੈਮਿਲੀ ਬਾਰੇ, ਆਪਣੇ ਸਿਬਲਿੰਗਸ ਬਾਰੇ ਸੋਚਦੇ ਹੋ। ਫਿਰ ਤੁਹਾਡੇ ਜਦ ਬੱਚੇ ਵੱਡੇ ਹੋ ਜਾਂਦੇ ਨੇ, ਤੁਹਾਡੇ ਇੱਕ ਸਟੇਬਿਲਿਟੀ ਆ ਜਾਂਦੀ ਹੈ ਕਿ ਹਾਂ ਹੁਣ ਦਾਲ ਰੋਟੀ ਦੀ ਉੱਪਰ ਵਾਲੇ ਨੇ ਪਰ ਲੈ ਲਿੱਤੀ ਹੈ, ਜ਼ਿੰਮੇਵਾਰੀ ਲੈ ਲਿੱਤੀ ਹੈ। ਫਿਰ ਤੁਸੀਂ ਚਾਹੁੰਦੇ ਹੋ ਕਿ ਹੁਣ ਮੈਂ ਸੁਸਾਇਟੀ ਵਾਸਤੇ ਕੁਝ ਕਰਾਂ, ਕਿਉਂਕਿ ਇੱਕ ਬਹੁਤ ਵੱਡੀ ਕਹਾਵਤ ਹੈ ਗਿਵਰਸ ਗੇਨ। ਅਗਰ ਤੁਸੀਂ ਸੁਸਾਇਟੀ ਨੂੰ ਨਹੀਂ ਦਿਓਗੇ ਨਾ ਤੇ ਉਹ ਸੁਸਾਇਟੀ ਤੁਹਾਡੇ ਵਾਸਤੇ ਕਦੀ ਵੀ ਵਾਪਸ ਮੁੜ ਕੇ ਨਹੀਂ ਆਏਗੀ। ਤੁਹਾਡੇ ਬੱਚਿਆਂ ਨੂੰ ਅੱਗੇ ਮਿਲਣਾ ਔਖਾ ਹੋ ਜਾਏਗਾ। ਸੋ ਉਹ ਟਾਈਮ ਆਇਆ, ਮੈਂ ਸੁਸਾਇਟੀ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਟਾਈਮ ਮਤਲਬ ਮੈਨੂੰ ਅੱਜ ਮੈਂ ਸਭ ਤੋਂ ਹਲਕਾ ਫੀਲ ਕਰ ਰਿਹਾ। ਪਹਿਲੇ ਮੈਨੂੰ ਬਹੁਤ ਸਟ੍ਰੈਸ ਹੁੰਦਾ ਸੀ, ਬਟ ਨਾਓ ਮੈਂ ਬੜਾ ਇੰਜੋਏ ਕਰ ਰਿਹਾ ਆਪਣੀ ਇਹ ਕਰੰਟ ਪੀਰੀਅਡ, ਬੜਾ ਇੰਜੋਏ ਕਰ ਰਿਹਾ। ਮਾਰਕੀਟਿੰਗ ਸਟ੍ਰੈਟੇਜੀ ਕੀ ਹੁੰਦੀ ਹੈ ਤੁਹਾਡੀ? ਨਵੇਂ ਆਈਡੀਆਜ਼ ਇਹ ਕਿੱਧਰੋਂ ਆਉਂਦੇ ਆ? ਨਵੇਂ ਆਈਡੀਆਜ਼ ਆਉਂਦੇ ਨੇ ਯੰਗ ਲੋਕਾਂ ਨਾਲ, ਨਵੇਂ ਲੋਕਾਂ ਨਾਲ ਉੱਠਣ ਬੈਠਣ ਨਾਲ, ਕਿਉਂਕਿ ਸਾਡੇ ਲੋਕਾਂ ਦਾ ਇੱਕ ਮਾਈਂਡ ਹੈ ਨਾ, ਇੰਨਾ ਕੁਝ ਕਰਕੇ ਸਟੈਗਨੈਂਟ ਹੋ ਗਿਆ। ਮੇਰੇ ਕੋਲ ਮੇਰੇ 18 ਸਾਲ ਦੇ, 19 ਸਾਲ ਦੇ, 20 ਸਾਲ ਦੇ, 22 ਸਾਲ ਦੇ ਮਤਲਬ ਛੋਟੇ ਮੇਰੇ ਯੰਗ ਬੱਚੇ ਮੇਰੇ ਦੋਸਤ ਨੇ। ਮੈਂ ਉਹਨਾਂ ਨਾਲ ਕਾਫੀ ਪੀਣ ਜਾਂਦਾ, ਉਹਨਾਂ ਨੂੰ ਗਾਈਡੈਂਸ ਦੇਣ ਜਾਂਦਾ ਤੇ ਉਹਨਾਂ ਕੋਲ ਆਈਡੀਆਜ਼ ਮਿਲ ਜਾਂਦੇ ਨੇ। ਉਹ ਆਉਂਦੇ ਤੇ ਮੇਰੇ ਕੋਲ ਆਈਡੀਆ ਗਿਆਨ ਲੈਣ ਵਾਸਤੇ ਨੇ, ਬਟ ਉਹ ਮੈਨੂੰ ਗਿਆਨ ਦੇ ਜਾਂਦੇ ਨੇ। ਮੈਂ ਉਹਨੂੰ ਕਦੀ ਦੱਸਦਾ ਨਹੀਂ ਕਿ ਹਾਂ ਵੀ ਮੈਂ ਤੇਰੇ ਕੋਲ ਇਹ ਲੈ ਲਿੱਤਾ ਹੈ, ਬਟ ਦੇ ਆਰ ਮਾਈ ਸੋਰਸ ਆਫ ਇਨਸਪੀਰੇਸ਼ਨ। ਜਿਵੇਂ ਤੁਸੀਂ ਹੁਣੀ ਦੱਸਿਆ ਕਿ ਕੋਈ ਐਸਾ ਵੀ ਟਾਈਮ ਸੀ ਤੁਸੀਂ 18 ਘੰਟੇ ਕੰਮ ਕੀਤਾ, ਤੇ ਪਰਸਨਲ ਲਾਈਫ ਜਾਂ ਕੁਝ ਪਰਸਨਲ ਰਿਲੇਸ਼ਨਸ ਕਿਸੇ ਤਰ੍ਹਾਂ ਦੀ ਕੰਪਲੇਂਟਸ ਰਹੀਆਂ, ਕੁਝ ਸੈਕਰੀਫਾਈਸ ਤੁਹਾਨੂੰ ਕਰਨਾ ਪਿਆ? 18 ਘੰਟੇ ਜਦ ਮੈਂ ਕੰਮ ਕਰਦਾ ਸੀ ਉਹ ਮੇਰੀ ਮੈਰਿਡ ਲਾਈਫ ਸਟਾਰਟ ਹੋਣ ਤੋਂ ਪਹਿਲੇ ਸੀ। ਮੈਰਿਡ ਲਾਈਫ ਜਦ ਸਟਾਰਟ ਹੋਈ ਤੇ 12 ਘੰਟੇ ਤੇ ਆ ਗਈ, 12 ਘੰਟੇ 14 ਘੰਟੇ ਤੇ ਆ ਗਈ। ਬਟ ਵਾਈਫ ਵੀ ਅੰਡਰਸਟੈਂਡ ਕਰ ਲੈਂਦੀ ਹੈ ਐਂਡ ਮੈਂ ਪੂਰਾ ਟਾਈਮ ਹੀ ਦਿੰਦਾ ਉਹਨਾਂ ਨੂੰ, ਜਦ ਵੀਕਐਂਡ ਤੇ ਆਪਣਾ ਪੂਰਾ ਟਾਈਮ ਦਿੰਦਾ, ਕਿਉਂਕਿ ਮੇਰੇ ਵਾਸਤੇ ਆਈ ਐਮ ਅ ਵਰਕੋਹੋਲਿਕ। ਅਗਰ ਮੈਂ ਕੰਮ ਨਹੀਂ ਕਰਾਂਗਾ ਨਾ ਮੈਂ ਬਿਮਾਰ ਪੜ ਜਾਵਾਂਗਾ। ਸੋ ਮੈਂ ਤੇ ਉਹਨੂੰ ਵੀ ਪਤਾ ਹੈ ਕਿ ਅਗਰ ਇਹ ਘਰ ਬਹਿ ਗਿਆ ਮੇਰਾ ਹਸਬੈਂਡ ਤੇ ਇਹ ਬਿਮਾਰ ਪੈ ਜਾਏਗਾ, ਇਸ ਵਾਸਤੇ ਉਹ ਵੀ ਕਹਿੰਦੀ ਹੈ ਕੋਈ ਗੱਲ ਨਹੀਂ ਤੁਸੀਂ ਲੱਗੇ ਰਹੋ ਬਸ। ਯਾਨੀ ਕਹਿ ਸਕਦੇ ਹੋ ਕਿ ਉਹਨਾਂ ਨੇ ਤੁਹਾਨੂੰ ਇਸ ਤਰ੍ਹਾਂ ਸਪੋਰਟ ਕੀਤਾ? ਪੂਰਾ ਸਪੋਰਟ ਕੀਤਾ। ਮਤਲਬ ਜਿਹੜੇ ਕਿ ਅਪਸ ਐਂਡ ਡਾਊਨਸ ਆਏ, ਮੇਰੇ ਕਾਫੀ ਨੁਕਸਾਨ ਵੀ ਹੋਏ ਔਰ ਮੈਂ ਕਈ ਵਾਰ ਤਕਲੀਫਾਂ ਵਿੱਚ ਵੀ ਫਸਿਆ, ਹੋ ਜਾਂਦੀਆਂ ਨੇ ਗਲਤੀਆਂ, ਤੇ ਪੂਰਾ ਉਹਨੇ ਸਪੋਰਟ ਕੀਤਾ। ਉਹਨੇ ਹੀ ਸਪੋਰਟ ਕੀਤਾ ਕਿ ਨਹੀਂ ਕੋਈ ਨਹੀਂ, ਇਹ ਵੈਂਚਰ ਨਹੀਂ ਤੇ ਅਗਲਾ ਵੈਂਚਰ ਸਹੀ। ਸੋ ਸ਼ੀ ਵਾਜ਼ ਆਲਵੇਜ਼ ਵਿਦ ਮੀ। ਮਤਲਬ ਕਹਿੰਦੇ ਨੇ ਹਰ ਸਫਲ ਇਨਸਾਨ ਦੇ ਪਿੱਛੇ ਇੱਕ ਵੂਮਨ ਦਾ ਹੱਥ ਹੁੰਦਾ ਹੈ। ਸੋ ਮੇਰੀ ਵਾਈਫ ਦਾ ਪੂਰਾ ਸਪੋਰਟ ਹੈ ਮੇਰੇ ਨਾਲ ਜੀ। ਡਾਕਟਰ ਪਰਮੀਤ ਸਿੰਘ ਚੱਡਾ, ਪੁੱਛਿਆ ਜਾਵੇ ਕੋਈ ਡਰ ਹੈ ਕਿਸੇ ਤਰ੍ਹਾਂ ਦਾ? ਕੋਈ ਡਰ ਸਿਰਫ ਇੱਕ ਅਕਾਲ ਪੁਰਖ ਦਾ ਹੈ, ਉਸ ਤੋਂ ਇਲਾਵਾ ਕਿਸੇ ਦਾ ਕੋਈ ਡਰ ਨਹੀਂ ਹੈ। ਬਾਕੀ ਪਰਮਾਤਮਾ ਕਦੀ ਕੋਈ ਇਸ ਤਰ੍ਹਾਂ ਦਾ ਗਲਤ ਕੰਮ ਨਾ ਕਰਾਏ ਕਿ ਕਿਸੇ ਕੋਲ ਡਰਨਾ ਪਏ, ਇਸ ਤਰ੍ਹਾਂ ਦੀ ਕੋਈ ਡਰ ਨਹੀਂ ਹੈ ਜੀ। ਤੇ ਹੁਣ ਤੱਕ ਦਾ ਸੈਟੀਸਫਾਈਂਗ ਮੂਮੈਂਟ ਕਿਹੜਾ ਰਿਹਾ ਤੁਹਾਡਾ? ਹੁਣ ਤੱਕ ਦਾ ਸਭ ਤੋਂ ਸੈਟੀਸਫਾਈਂਗ ਮੂਮੈਂਟ ਬਹੁਤ ਸਾਰੇ ਰਹੇ ਨੇ। ਜਦ ਵੀ ਮੇਰਾ ਕੋਈ ਮੈਂਟੀ ਹੈ ਜਿਹਨੂੰ ਮੈਂ ਕੋਈ ਗਾਈਡ ਕੀਤਾ ਹੈ, ਔਰ ਇਨਫੈਕਟ हफ्ते पहले ही एक मैनू मेरे मेंटी का फ़ोन आया कि परमीत सर मेरे को ना 3 लाख रुपए चाहिए। तो मैंने कहा यार तू इतना अच्छा बिजनेस कर रहा है, तू 3 लाख रुपए तेरे को क्यों चाहिए तेरे को? कह रहा है आपके पैसों से ना मैं जब कोई बिज़नेस शुरू करता हूँ तो मेरे को बरकत मिलती है। अच्छा। तो उन्हें मेरे को 3 लाख रुपए मंगे, मैं उन्होंने ट्रांसफ़र कर देते। तो कह रहा है मैं आपको 1 महीने बाद वापस कर दूंगा, सिर्फ इस 3 लाख रुपए से मैंने अपनी नई दुकान का बयाना देना है जी। ਤੇ ਦਿਸ ਵਾਜ਼ ਅ ਵੈਰੀ ਸੈਟੀਸਫਾਈ। ਮੈਂ ਦੱਸਿਆ ਆਪਣੀ ਵਾਈਫ ਨੂੰ ਕਿ ਮੈਂ ਕਿਹਾ ਯਾਰ ਇਸ ਤਰ੍ਹਾਂ ਉਸਨੇ ਕਿਹਾ ਹੈ। ਸੋ ਕਿਵੇਂ ਲੋਕੀ ਰਿਗਾਰਡ ਦਿੰਦੇ ਨੇ ਕਿ ਬਈ ਉਹ ਬੜੇ ਕਰੋੜਪਤੀ ਫੈਮਿਲੀ ਦਾ ਬੇਟਾ ਹੈ, ਬਟ ਉਹਨੇ ਮੇਰੇ ਕੋਲ 3 ਲੱਖ ਰੁਪਏ ਲਿੱਤੇ ਕਿ ਸਿਰਫ ਉਹਨੇ ਮੇਰੇ ਪੈਸੇ ਤੋਂ ਆਪਣੀ ਨਵੀਂ ਦੁਕਾਨ ਦਾ ਐਡਵਾਂਸ ਦੇਣਾ ਸੀ। ਸੋ ਅੱਛਾ ਲੱਗਦਾ ਹੈ ਕਿ
ਪੈਸੇ ਤੇ ਅਸੀਂ ਬਹੁਤ ਕਮਾਏ ਨੇ ਬਟ ਇੱਜ਼ਤ ਕਮਾਈ ਹੈ। ਸੋ ਦਿਸ ਵਾਸ ਅ ਗ੍ਰੇਟ ਮੂਮੈਂਟ ਫॉर ਮੀ। ਇਹ ਰੀਸੈਂਟ ਮੂਮੈਂਟ ਹੈ। ਬਾਕੀ ਇਸ ਤਰ੍ਹਾਂ ਦੇ ਬਹੁਤ ਸਾਰੇ ਮੂਮੈਂਟਸ ਆਉਂਦੇ ਜਾਂਦੇ ਰਹਿੰਦੇ ਨੇ ਲਾਈਫ ਵਿੱਚ। ਬੀਇੰਗ ਅ ਸਿੱਖ ਐਂਟਰਪ੍ਰੈਨਿਓਰ, ਆਪਣੀ ਕਮਿਊਨਿਟੀ ਵਾਸਤੇ ਤੁਹਾਨੂੰ ਲੱਗਦਾ ਹੈ ਕਿ ਕੁਝ ਰਿਸਪੌਂਸਿਬਿਲਿਟੀ ਹੈ? ਇਸ ਤਰ੍ਹਾਂ ਬਹੁਤ ਰਿਸਪੌਂਸਿਬਿਲਿਟੀ ਹੈ ਕਿਉਂਕਿ ਅਸੀਂ ਦੇਣ ਵਾਲੀ ਕੌਮ ਹੈਗੇ ਹਾਂ। ਅਗਰ ਅਸੀਂ ਨੌਕਰੀ ਕਰਾਂਗੇ ਤੇ ਅਸੀਂ ਆਪਣੀ ਔਰ ਆਪਣੀ ਫੈਮਿਲੀ ਦਾ ਪੇਟ ਹੀ ਪਾਲ ਸਕਾਂਗੇ। ਤੇ ਜਿਵੇਂ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਦੇਣਾ ਹੈ, ਮਤਲਬ ਦੇਣ ਵਾਲੀ ਕੌਮ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਹਰ ਸਿੱਖ ਐਂਟਰਪ੍ਰੈਨਿਓਰ ਬਣੇ ਔਰ ਇੱਕ ਇੱਕ ਬੰਦਾ ਛੋਟੇ ਕੰਮ ਵਿੱਚ 5 ਬੰਦਿਆਂ ਨੂੰ ਨੌਕਰੀ ਦੇ, ਵੱਡਾ 50 ਨੂੰ ਦੇ, 100 ਨੂੰ ਦੇ। ਸੋ ਇਹੀ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਅਗਰ ਨੌਕਰੀ ਕਰੋਗੇ ਤੇ ਹੋ ਸਕਦਾ ਹੈ ਬੜੀ ਆਸਾਨ ਜ਼ਿੰਦਗੀ ਜੀ ਸਕਦੇ ਹੋ, ਬਟ ਤੁਸੀਂ ਆਪਣੀ ਕਮਿਊਨਿਟੀ ਵਾਸਤੇ, ਸੁਸਾਇਟੀ ਵਾਸਤੇ ਕੁਝ ਨਹੀਂ ਕਰ ਸਕਦੇ। ਐਂਟਰਪ੍ਰੈਨਿਓਰ ਬਣੋਗੇ ਤੇ ਤੁਸੀਂ ਕਾਫੀ ਲੋਕਾਂ ਦਾ ਭਲਾ ਕਰ ਸਕਦੇ ਜੀ। ਤੇ ਤੁਸੀਂ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਫਾਊਂਡਰ ਵੀ ਹੋ, ਪ੍ਰੈਜ਼ੀਡੈਂਟ ਵੀ ਹੋ। WSCC ਦੀ ਜ਼ਰੂਰਤ ਆਖਿਰ ਕਿਉਂ ਪਈ? ਕਿਸ ਸੋਚ ਨਾਲ ਇਸ ਦੀ ਸ਼ੁਰੂਆਤ ਹੋਈ ਸੀ? ਇਸ ਤਰ੍ਹਾਂ WSCC ਤੇ ਓਵਰਨਾਈਟ ਹੀ ਬਣਿਆ ਸੀ, ਬਟ ਇਹਦੀ ਹੋਂਦ ਜਿਹੜੀ ਹੈ ਉਹ ਕਈ ਸਾਲਾਂ ਤੋਂ ਮਾਈਂਡ ਵਿੱਚ ਚੱਲ ਰਹੀ ਸੀ। ਉਹ ਕਹਿੰਦੇ ਨੇ ਬੱਚਾ ਜਦ ਪੈਦਾ 9 ਮਹੀਨੇ ਬਾਅਦ ਹੁੰਦਾ ਹੈ, ਬਟ ਉਹਦੀ ਸ਼ੁਰੂਆਤ ਪਹਿਲੇ ਹੋ ਜਾਂਦੀ ਹੈ। ਮੈਂ ਐਜ਼ ਐਨ ਐਕਸਪੋਰਟਰ ਮੈਂ ਕਰੀਬ ਵਰਲਡ ਦੇ ਕਰੀਬ 30-35 ਦੇਸ਼ ਘੁੰਮਿਆ ਹੋਇਆ ਤੇ ਮੈਂ ਜਿੱਥੇ ਵੀ ਜਾਂਦਾ ਸੀ ਸਿੱਖ ਕਮਿਊਨਿਟੀ ਤੇ ਸਾਨੂੰ ਗੁਰਦੁਆਰੇ ਜ਼ਰੂਰ ਨਜ਼ਰ ਆਉਂਦੇ ਸੀ। ਬਟ ਇੱਕ ਪ੍ਰੋਬਲਮ ਆਉਂਦੀ ਸੀ ਕਿ ਅਗਰ ਮੰਨ ਲਓ ਕਦੀ ਕੋਈ ਸਾਨੂੰ ਕਿਸੇ ਕੰਟਰੀ ਵਿੱਚ ਕੋਈ ਪ੍ਰੋਬਲਮ ਆਉਂਦੀ ਸੀ ਤੇ ਮਤਲਬ ਅਸੀਂ ਕੋਈ ਕਿਸੇ ਦੀ ਮਦਦ ਨਹੀਂ ਮੰਗ ਸਕਦੇ ਸੀ। ਮਤਲਬ ਸਿੱਖ ਹੈਗੇ ਸੀ ਬਟ ਬਿਜ਼ਨਸ ਵਿੱਚ ਅਸੀਂ ਕੋਈ ਪ੍ਰੋਬਲਮ ਮਤਲਬ ਹੈਲਪ ਨਹੀਂ ਲੈ ਸਕਦੇ ਸੀ। ਹਾਂ, ਗੁਰਦੁਆਰੇ ਜਾ ਕੇ ਤੁਹਾਨੂੰ ਲੰਗਰ ਮਿਲ ਜਾਂਦਾ ਸੀ, ਰਹਿਣ ਦੀ ਜਗ੍ਹਾ ਮਿਲ ਜਾਂਦੀ ਸੀ। ਤੇ ਉਹ ਮੇਰੇ ਮਨ ਵਿੱਚ ਹਮੇਸ਼ਾ ਤਾਨ ਹੈਗੀ ਸੀ। ਅੱਛਾ, ਮੇਰੇ ਕੁਝ ਦੋਸਤ ਜੈਨੀ ਔਰ ਬਨੀਏ ਹੈਗੇ ਨੇ, ਉਹਨਾਂ ਦੀ ਜੈਨ ਕਮਿਊਨਿਟੀ ਦੀ ਆਰਗੇਨਾਈਜੇਸ਼ਨਸ ਹੈਗੀਆਂ ਨੇ, ਬਨੀਆ ਕਮਿਊਨਿਟੀ ਦੀ ਆਰਗੇਨਾਈਜੇਸ਼ਨਸ ਹੈਗੀਆਂ ਸੀ। ਮੈਂ ਹਮੇਸ਼ਾ ਦੇਖਦਾ ਕਿ ਸਾਡੇ ਸਿੱਖਾਂ ਦੀ ਕੋਈ ਆਰਗੇਨਾਈਜੇਸ਼ਨ ਵੀ ਨਹੀਂ ਹੈ। ਤੇ ਮੇਰੇ ਨਾਲ ਇੱਕ ਘਟਨਾ ਵੀ ਵਾਪਰੀ। ਮੈਂ ਕਿਸੇ ਬੜੇ ਵੱਡੇ ਜੈਨੀ ਦੇ ਦਫ਼ਤਰ ਦੇ ਬਾਹਰ ਬੈਠਾ ਹੋਇਆ ਸੀ ਤੇ ਸਾਡੇ ਨਾਲ ਇੱਕ ਯੰਗ ਬੱਚਾ ਜਿਹਾ ਮੁੰਡਾ ਹੈਗਾ ਸੀ ਤੇ ਅਸੀਂ ਦੋਨੋਂ ਅੰਦਰ ਜਾਣ ਦੀ ਵੇਟ ਕਰ ਰਹੇ ਸੀ। ਮੈਂ ਕੋਈ ਬਿਜ਼ਨਸ ਵਾਸਤੇ ਗਿਆ ਸੀ ਤੇ ਉਹ ਬੱਚਾ ਵੈਸੇ ਹੀ ਬੈਠਾ ਹੋਇਆ ਸੀ ਤੇ ਮੈਨੂੰ ਲੱਗਿਆ ਪਤਾ ਨਹੀਂ ਛੋਟਾ ਜਿਹਾ ਬੱਚਾ ਹੈ। ਉਹ ਜਿਹਨੂੰ ਅਸੀਂ ਮਿਲਣ ਗਏ, ਮੈਂ ਉਹਦਾ ਨਾਮ ਨਹੀਂ ਦੱਸ ਸਕਦਾ, ਉਹ ਬਹੁਤ ਹੀ ਹਾਈ-ਫਾਈ ਬੰਦਾ ਸੀ, ਉਹ ਜੈਨੀ ਸੀ ਜੀ। ਤੇ ਉਸ ਬੱਚੇ ਨੇ ਮੇਰੇ ਨਾਲ ਗੱਲ ਕੀਤੀ, ਹੈਲੋ ਅੰਕਲ आओ क्या हाल है, क्योंकि जिमें बच्चे होंगे ने 18-19 साल के। मैं कहा बेटा तुम यहाँ क्या करने आए हो? कह रहे मेरी उनसे मीटिंग है। मैंने मजाक लग गया, मैं कहा वो कहाँ से उनसे मिलने आएगा? सो मेरी सैकटरी ने मैंने कहा सर आपको आधा घंटा लगेगा, अभी सर बिजी हैं। तो मैं वेट करता रहा। इन्नी देर में लड़के के मोबाइल में एक SMS आया, यू कैन कम इन। तो उन्हें मैंने कहा कि सर मेरा टाइम आ गया, मैं अंदर जा रहा हूँ। तो वो अंदर चला गया। तो जदों अंदर गया तो ਮੈਨੂੰ ਬੜੀ ਹੈਰਾਨੀ ਹੋਈ। ਇੱਕ ਬੱਚਾ ਜਿਹੜਾ ਕਿ ਉਹ ਮੇਰੇ ਤੋਂ ਪਹਿਲੇ ਅੰਦਰ ਚਲਾ ਗਿਆ ਜਦਕਿ ਮੈਂ ਪਹਿਲੇ ਬੈਠਾ ਹੋਇਆ ਸੀ ਤੇ ਉਹ ਅੰਦਰ ਮਿਲ ਕੇ ਆਇਆ। फिर उन्होंने मैंने वापसी दसिया कि सर मैं फ़लाना ऑर्गेनाइजेशन का एक मेंबर हूँ। तो मैंने अपने ऑर्गेनाइजेशन में बोला था कि मुझे इंटर्नशिप करनी है जी। तो मेरा फटाफट उन्होंने अप्रूव कर दिता। तो उस तो मैंने एक होया कि जद एक जैनी बनीए कम्यूनिटी अपनी कम्यूनिटी वास्ते कर सकती है कि वाई नॉट असी करिए। तो फिर भी समझ नहीं आया सी करना की है। मैं भी काफ़ी चीज़ां ट्राई सोचता पिया सी की करिए किवें करिए, बट की करना सी वो समझ नहीं आया। लॉकडाउन होया, घर बह गए। मैनूं हुणे याद है मैं 17 मार्च ਨੂੰ ਦਿੱਲੀ ਆਇਆ ਸੀ ਆਪਣੀ ਬਾਹਰ ਟੂਰ ਕੱਟ ਕੇ ਤੇ 22 ਮਾਰਚ ਨੂੰ ਲੌਕਡਾਊਨ ਹੋ ਗਿਆ। ਖਾਲੀ ਬੈਠੇ ਹੋਏ ਸੀ, ਬ੍ਰੇਨਸਟਾਰਮਿੰਗ ਕਰ ਰਹੇ ਸੀ ਤੇ ਇੱਕਦਮ ਆਈਡੀਆ ਆਇਆ ਕਿ ਚੈਂਬਰ ਆਫ ਕਾਮਰਸ ਖੋਲ੍ਹਦੇ। ਬਸ ਅਸੀਂ ਲੋਕਡਾਊਨ ਨੂੰ ਇੰਨਾ ਯੂਜ਼ ਕੀਤਾ, 18 ਘੰਟੇ, 16 ਘੰਟੇ, 15 ਘੰਟੇ ਅਸੀਂ ਜ਼ੂਮ ਮੀਟਿੰਗਸ ਕੀਤੀ। ਕਰੀਬ 22 ਦੇਸ਼ਾਂ ਤੋਂ ਅਸੀਂ ਅੱਜ 1400 ਮੈਂਬਰਸ ਜੋੜ ਲਿੱਤੇ ਨੇ। ਹੁਣ ਸਾਡੀ ਫਿਜ਼ੀਕਲ ਮੀਟਿੰਗਸ ਵੀ ਹੁੰਦੀਆਂ ਨੇ ਔਰ ਕਈ ਕਰੋੜਾਂ ਰੁਪਏ ਦਾ ਕਾਰੋਬਾਰ ਵੀ ਸਾਡੇ ਆਰਗੇਨਾਈਜੇਸ਼ਨ ਵਿੱਚ ਹੋ ਰਿਹਾ। ਐਂਡ ਮੈਂ ਪ੍ਰਾਊਡਲੀ ਕਹਾਂਗਾ ਦਿਸ ਇਜ਼ ਦਾ ਫਰਸਟ ਹਾਈਬ੍ਰਿਡ ਸਿੱਖ ਨੈਟਵਰਕਿੰਗ ਪਲੇਟਫਾਰਮ ਇਨ ਦਾ ਵਰਲਡ। ਸੋ ਸਾਨੂੰ ਅੱਜ ਬੜੀ ਖੁਸ਼ੀ ਹੈ 1.5 2 ਸਾਲ ਦੇ ਅੰਦਰ ਅਸੀਂ ਕਿੰਨਾ ਵੱਡਾ ਪਲੇਟਫਾਰਮ ਖੜਾ ਕਰ ਲਿੱਤਾ ਹੈ। ਔਰ ਸਭ ਤੋਂ ਅੱਛੀ ਗੱਲ ਹੈ ਅਸੀਂ ਅੱਜ ਤੱਕ ਕਿਸੇ ਮੈਂਬਰ ਕੋਲ 1 ਰੁਪਿਆ ਨਹੀਂ ਲਿੱਤਾ ਤੇ ਅਸੀਂ ਇੱਕ ਆਪਣੀ ਸੁਸਾਇਟੀ ਨੂੰ ਇਸ ਤਰ੍ਹਾਂ ਗਿਵ ਬੈਕ ਕਰਦੇ ਪਏ ਹਾਂ ਜੀ। ਬਹੁਤ ਚੰਗਾ। ਮਤਲਬ WSCC ਦਾ ਮਕਸਦ ਇਹੀ ਸੀ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕੀਤਾ। ਤੇ ਅੱਗੇ ਹੁਣ ਕਿਸ ਤਰ੍ਹਾਂ ਫਿਊਚਰ ਦੀਆਂ ਕੁਝ ਪਲੈਨਿੰਗਸ ਕੀ ਹੈ ਇਹਦੀਆਂ? ਫਿਊਚਰ ਦੀ ਪਲੈਨਿੰਗ ਇਸ ਤਰ੍ਹਾਂ ਹੈ ਜੀ, ਹੁਣ ਇਹ WSCC ਵਰਲਡ ਦੇ ਹਰ ਕੋਨੇ ਵਿੱਚ ਪਹੁੰਚੇਗਾ ਜੀ। ਇੰਡੀਆ ਦੇ ਹਰ ਸਿਟੀ ਸ਼ਹਿਰ ਦੇ ਅੰਦਰ ਪਹੁੰਚੇਗਾ। ਔਰ ਅਸੀਂ ਜਿਵੇਂ ਵੀ ਅਗਰ ਕਿਸੇ ਨੂੰ ਕੋਈ ਬਿਜ਼ਨਸ ਵਿੱਚ ਕੋਈ ਹੈਲਪ ਚਾਹੀਦੀ ਹੈ ਕਿਸੇ ਵੀ ਸਿਟੀ ਵਿੱਚ ਤੇ ਉਹ
ਇਸ ਆਰਗੇਨਾਈਜੇਸ਼ਨ ਨੂੰ ਕੰਟੈਕਟ ਕਰਕੇ, ਕਿਉਂਕਿ ਸਾਡੇ ਮੈਂਬਰ 2022 ਐਂਡ ਤੱਕ ਲਗਭਗ ਪੂਰੇ ਵਰਲਡ ਦੇ ਹਰ ਕੋਨੇ ਵਿੱਚ, ਹਰ ਸਿਟੀ ਦੇ ਅੰਦਰ ਹੋਣਗੇ, ਤੇ ਉਹ ਕਨੈਕਟ ਕਰਕੇ ਆਪਣਾ ਬਿਜ਼ਨਸ ਵਧਾ ਸਕਦਾ ਹੈ। ਜੀ, ਔਰ ਤੁਹਾਡਾ ਇੱਕ ਟਿਪੀਕਲ ਡੇ ਕਿਹੜਾ ਹੁੰਦਾ ਹੈ? ਟਿਪੀਕਲ ਡੇ ਮੀਨਸ ਟਿਪੀਕਲ ਡੇ ਤੁਹਾਡੇ ਮੁਤਾਬਕ ਕਿ ਹਾਂ ਇਹ ਮੇਰਾ ਦਿਨ ਹੈ। ਜਿਸ ਦਿਨ ਸਵੇਰੇ 11 ਵਜੇ ਤੋਂ ਲੈ ਕੇ 8 ਵਜੇ ਤੱਕ ਰਾਤ ਬੈਕ ਟੂ ਬੈਕ ਮੀਟਿੰਗਸ, ਉਹ ਮੇਰਾ ਡੇ, ਔਰ ਉਹ ਮੈਂ ਇੰਜੋਏ ਕਰਦਾ। ਮਤਲਬ ਇਹ ਤੁਹਾਡਾ ਟਿਪੀਕਲ ਡੇ ਹੋ ਗਿਆ। ਹਾਂ, ਇਹ ਟਿਪੀਕਲ ਮੇਰਾ ਡੇ ਹੈ। ਹਾਂ, ਜਿਸ ਦਿਨ ਕੋਈ ਕੰਮ ਨਾ ਹੈ, ਖਾਲੀ ਬੈਠੇ ਹੋ, ਉਹ ਮੇਰੇ ਵਾਸਤੇ ਇੱਕ ਵੇਸਟ ਹੋ ਗਿਆ ਮੇਰਾ ਦਿਨ। ਅੱਛਾ, ਇਸ ਤਰ੍ਹਾਂ ਹੁੰਦਾ ਨਹੀਂ ਹੈ। ਅਗਰ ਮੈਂ ਕਦੀ ਖਾਲੀ ਵੀ ਬੈਠਾ ਤਾਂ ਮੈਂ ਆਪਣਾ ਟਾਈਮ ਕਿਤੇ ਨਾ ਕਿਤੇ, ਰੁਝਾਨ ਕਿਤੇ ਹੋਰ ਲੈ ਜਾਂਦਾ। ਜੀ, ਹਰ ਇੱਕ ਇਨਸਾਨ ਦੇ ਜੀਵਨ 'ਚ ਜ਼ਰੂਰ ਇਸ ਤਰ੍ਹਾਂ ਦੀ ਥਾਟ ਆਉਂਦੀ ਹੈ ਕਿ ਕਾਸ਼ ਮੈਂ ਇਹ ਕਰ ਲਿਆ ਹੁੰਦਾ ਪਿੱਛੇ ਜਾ ਕੇ ਥੋੜ੍ਹਾ ਜਿਹਾ। ਅਗਰ ਤੁਹਾਨੂੰ ਮੌਕਾ ਮਿਲੇ ਪਿੱਛੇ ਜਾ ਕੇ ਕੁਝ ਬਦਲਣ ਦਾ, ਤੇ ਕੁਝ ਹੈ ਤੁਹਾਡੇ ਮਾਈਂਡ 'ਚ, ਕੀ ਕਰਨਾ ਚਾਹੋਗੇ ਤੁਸੀਂ? ਅਗਰ ਮੈਨੂੰ ਇਹ ਮੌਕਾ ਮਿਲਦਾ ਤੇ ਸ਼ਾਇਦ ਮੈਂ ਮੋਟੀਵੇਸ਼ਨ, ਜਿਹੜੀ ਲੇਟ ਮੋਟੀਵੇਸ਼ਨ ਸੁਣਨੀ ਪੜ੍ਹਨੀ ਜੀ ਲੇਟ ਸ਼ੁਰੂ ਕੀਤੀ ਹੈ, ਤੇ ਮੈਂ ਥੋੜ੍ਹਾ ਜਲਦੀ ਸ਼ੁਰੂ ਕਰ ਦਿੰਦਾ। ਜਿਹੜੀ ਕਿਤਾਬਾਂ ਪੜ੍ਹਨੀਆਂ ਲੇਟ ਸ਼ੁਰੂ ਕੀਤੀਆਂ ਨੇ, ਉਹ ਪਹਿਲੇ ਕਰ ਲੈਂਦਾ। ਤੇ ਜਿਹੜੀ ਮੈਂ ਗਲਤੀਆਂ ਕੀਤੀਆਂ ਨੇ, ਕਿਉਂਕਿ ਅੱਜ ਮੈਨੂੰ ਪਤਾ ਹੈ ਕਿ ਇਹ ਮੈਂ ਕਰ ਰਿਹਾ ਤੇ ਮੈਨੂੰ ਇਹ ਗਲਤੀ ਹੋਏਗੀ, ਕਿਉਂਕਿ ਮੈਂ ਇਹ ਬੁੱਕਸ ਔਰ ਮੋਟੀਵੇਸ਼ਨ ਤੋਂ ਸਿੱਖਿਆ ਹੈ। ਸੋ ਅਗਰ ਮੈਨੂੰ ਮੌਕਾ ਮਿਲੇ ਤਾਂ ਮੈਂ ਪਹਿਲੇ ਜਾ ਕੇ ਥੋੜ੍ਹਾ ਪੜ੍ਹਨਾ ਔਰ ਵੀਡੀਓਜ਼ ਦੇਖਣਾ ਜ਼ਿਆਦਾ ਪਸੰਦ ਕਰਾਂਗਾ। ਤੇ ਅੱਜ ਦੀ ਯੰਗ ਜਨਰੇਸ਼ਨ ਲਈ, ਯੰਗ ਐਂਟਰਪ੍ਰੀਨਿਓਰਸ ਹੈ ਜੋ ਬਣਨਾ ਚਾਹੁੰਦੇ ਨੇ, ਉਹਨਾਂ ਲਈ ਕੋਈ ਕੀ ਕਹਿਣਾ ਚਾਹੋਗੇ? ਕੋਈ ਮੈਸੇਜ ਤੁਹਾਡੀ ਆਪਣੀ ਲਾਈਫ ਦੇ ਐਕਸਪੀਰੀਅੰਸ ਤੋਂ ਉਹਨਾਂ ਨੂੰ ਕੀ ਦੱਸਣਾ ਚਾਹੋਗੇ? ਮੈਂ ਅੱਜ ਦੇ ਜਿੰਨੇ ਵੀ ਯੂਥ ਹੈ ਉਹਨਾਂ ਨੂੰ ਇਹੀ ਕਹਾਂਗਾ ਕਿ ਜਿਵੇਂ ਅੱਜ ਸੋਸ਼ਲ ਮੀਡੀਆ ਜੀ ਦੀ ਤੇ ਨਾ ਸਭ ਕੁਝ ਬੜੀ ਫਾਸਟ ਹੈ। ਸੋਸ਼ਲ ਮੀਡੀਆ ਔਰ ਐਕਚੁਅਲ ਲਾਈਫ ਵਿੱਚ ਬਹੁਤ ਫਰਕ ਹੈ। ਪਹਿਲੀ ਗੱਲ ਤੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ, ਕਿਉਂਕਿ ਲੋਕੀ ਕੀ ਕਰਦੇ ਨੇ, ਉਹ ਕਹਿੰਦੇ ਨੇ ਨਾ, ਦੂਜੇ ਦਾ ਘਰ ਦੇਖ ਕੇ ਆਪਣਾ ਘਰ ਚਲਾ ਰਹੇ ਨੇ। ਲੋਕੀ ਕੀ ਕਰਦੇ ਨੇ ਕਿ ਜੀ ਉਹਦੇ ਕੋਲ ਗੱਡੀ ਹੈ ਤੇ ਇਹ ਗੱਡੀ ਹੈ, ਇਸ ਤਰ੍ਹਾਂ ਦੇ ਕੱਪੜੇ ਪਾ ਰਿਹਾ, ਤੇ ਉਹ ਕੀ ਕਰ ਰਹੇ ਨੇ, ਉਹ ਚਾਹੇ ਕਰਜ਼ਾ ਲੈ ਕੇ, ਕ੍ਰੈਡਿਟ ਕਾਰਡ ਸਵਾਈਪ ਕਰਕੇ, ਆਪਣੇ ਫੈਮਿਲੀ ਦੇ ਪ੍ਰੈਸ਼ਰ ਪਾ ਕੇ, ਉਹ ਆਪਣੀ ਇੱਕ ਲਾਈਫ ਨੂੰ ਬਰਡਨ ਤੇ ਲੈ ਕੇ ਆ ਰਹੇ ਨੇ। ਦੂਜਾ ਮੈਂ ਕਹਿਣਾ ਚਾਹਾਂਗਾ ਕਿ ਇੰਨੀ ਆਸਾਨ ਲਾਈਫ, ਇਹ ਜਿਹੜੀ ਸਾਨੂੰ ਪਰਮਾਤਮਾ ਨੇ ਲਾਈਫ ਦਿੱਤੀ ਹੈ ਨਾ, ਗੇਮ ਆਫ ਚੈਸ ਦਿੱਤੀ ਹੈ, ਤੇ ਸਾਨੂੰ ਬੜਾ ਸਬਰ ਰੱਖਣਾ ਪਏਗਾ, ਚਲਦੇ ਰਹਿਣਾ ਹੈ। ਮਤਲਬ ਅਪਸ ਐਂਡ ਡਾਊਨ ਲਾਈਫ ਵਿੱਚ ਆਉਣਗੀਆਂ, ਤੁਸੀਂ ਕੰਟੀਨਿਊ ਕਰਦੇ ਜਾਓ, ਆਪਣੇ ਉੱਪਰ ਵਾਲੇ 'ਤੇ ਭਰੋਸਾ ਰੱਖੋ ਔਰ ਕੀਪ ਮੂਵਿੰਗ, ਕੀਪ ਗੋਇੰਗ ਔਨ, ਤਾਂ ਤੁਹਾਨੂੰ ਸਫਲਤਾ ਵੀ ਮਿਲੇਗੀ। ਔਰ ਆਪਣੀ ਲਾਈਫ ਵਿੱਚ ਜ਼ਰੂਰ ਮੈਂਟਰ ਰੱਖੋ। ਮੈਂਟਰ ਚਾਹੇ ਤੁਹਾਡਾ ਫਾਦਰ ਹੋਏ, ਚਾਹੇ ਤੁਹਾਡਾ ਕੋਈ ਵੱਡਾ ਭਰਾ ਹੋਏ, ਔਰ ਉਸ 'ਤੇ ਫੇਥ ਰੱਖੋ ਕਿ ਉਹ ਤੁਹਾਨੂੰ ਜੋ ਗਾਈਡ ਕਰ ਰਿਹਾ ਹੈ, ਤੁਹਾਨੂੰ ਅਗਰ ਗੁੱਸਾ ਵੀ ਕਰ ਰਿਹਾ ਹੈ, ਤੁਹਾਨੂੰ ਡਾਂਟ ਰਿਹਾ ਹੈ, ਔਰ ਅਗਰ ਕਈ ਵਾਰ ਥੱਪੜ ਵੀ ਮਾਰ ਰਿਹਾ ਹੈ, ਤੇ ਉਹ ਤੁਹਾਡੇ ਭਲੇ ਵਾਸਤੇ ਕਰ ਰਿਹਾ ਹੈ। ਤੇ ਜਦ ਲਾਈਫ ਵਿੱਚ ਨਾ, ਮੈਨੂੰ ਯਾਦ ਹੈ ਕਿ ਮੇਰੇ ਫਾਦਰ ਜਦ ਮੈਨੂੰ ਬਚਪਨ ਵਿੱਚ ਡਾਂਟਦੇ ਹੁੰਦੇ ਸੀ ਨਾ, ਜਦ ਮੈਂ 12ਵੀਂ ਤੋਂ ਬਾਅਦ ਹੈਗਾ ਸੀ, ਮੈਨੂੰ ਲੱਗਦਾ ਸੀ ਮੈਂ ਬੜਾ ਹੋ ਗਿਆ, ਤੇ ਉਹ ਡਾਂਟਦੇ ਹੁੰਦੇ ਸੀ ਕਿ ਇਹ ਗਲਤ ਹੋ ਰਿਹਾ, ਇਹ ਨਹੀਂ। ਤੇ ਉਸ ਟਾਈਮ ਮੈਨੂੰ ਲੱਗਦਾ ਸੀ ਕਿ ਮੈਂ ਹੁਣ ਵੱਡਾ ਹੋ ਗਿਆ, ਤੇ ਇਹ ਕਿਉਂ ਮੈਨੂੰ ਫਾਦਰ ਇਸ ਤਰ੍ਹਾਂ ਕਹਿ ਰਹੇ ਨੇ। ਬਟ ਅੱਜ ਮੈਨੂੰ ਉਹ ਲੱਗਦਾ ਹੈ ਕਿ ਅਗਰ ਉਹ ਮੈਨੂੰ ਉਹ ਉਸ ਟਾਈਮ ਨਾ ਕਹਿੰਦੇ ਤੇ ਮੈਂ ਅੱਜ ਇੱਥੇ ਨਹੀਂ ਪਹੁੰਚਦਾ। ਮਤਲਬ ਮੈਂ ਜਿੱਥੇ ਵੀ ਪਹੁੰਚਿਆ, ਉਹ ਆਪਣੇ ਪੇਰੈਂਟਸ ਔਰ ਆਪਣੇ ਫਾਦਰ ਸਾਹਿਬ ਦੀ ਮੈਨੂੰ ਜੋ ਉਹਨਾਂ ਨੇ ਮੈਨੂੰ ਸਿਖਾਇਆ ਔਰ ਜੋ ਮੈਨੂੰ ਡਾਂਟਿਆ, ਮੈਂ ਅੱਜ ਇੱਥੇ ਤੱਕ ਪਹੁੰਚ ਪਾਇਆ, ਕਿਉਂਕਿ ਮੇਰੀ ਲਾਈਫ ਦੇ ਉਹੀ ਮੇਰੇ ਮੈਂਟਰ ਸੀ। ਤੇ ਇਸ ਵਾਸਤੇ ਜੋ ਵੀ ਤੁਹਾਨੂੰ ਮੈਂਟਰ ਮਿਲਦਾ ਹੈ, ਚਾਹੇ ਤੁਹਾਨੂੰ ਆਪਣੇ ਫਾਦਰ ਸਾਹਿਬ ਕੋਲ ਸਿੱਖੋ, ਆਪਣੇ ਵੱਡੇ ਭਰਾ ਕੋਲ ਸਿੱਖੋ, ਕੋਈ ਗੁਰੂ ਜ਼ਰੂਰ ਰੱਖੋ, ਉਹੀ ਤੁਹਾਨੂੰ ਅੱਗੇ ਤੱਕ ਪਹੁੰਚਾਏਗਾ। ਜੀ, ਸਿੱਖੀਜ਼ਮ ਦੀ ਅਗਰ ਆਪਾਂ ਗੱਲ ਕਰੀਏ, ਆਪਾਂ ਗੁਰਬਾਣੀ ਦੀ ਜਦੋਂ ਗੱਲ ਕਰਦੇ, ਗੁਰਬਾਣੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਸ ਤਰ੍ਹਾਂ ਅਸੀਂ ਗੁਰਬਾਣੀ ਨੂੰ ਨਾ ਥੋੜ੍ਹਾ ਜਿਹਾ ਉਹ 4 ਕਮਰਿਆਂ ਦੇ ਅੰਦਰ ਨਾ ਬੰਦ ਕਰ ਲਿੱਤਾ ਹੈ, ਇੱਕ ਮਤਲਬ ਕਮਰੇ ਦੇ ਅੰਦਰ ਬੰਦ ਕਰ ਲਿੱਤਾ ਹੈ। ਗੁਰਬਾਣੀ ਇੱਕ ਗਿਆਨ ਦਾ ਸਾਗਰ ਹੈ। ਜਿਵੇਂ ਅਸੀਂ ਅੱਜ ਕਿਸੇ ਵੱਡੇ ਇੰਗਲਿਸ਼ ਆਥਰ ਦੀ ਬੁੱਕ ਪੜ੍ਹਦੇ ਹਾਂ, ਤੇ ਉਹਨਾਂ ਨੇ ਨਾ ਆਪਣਾ ਗਿਆਨ ਨੂੰ ਪਕੜ ਕੇ ਨਹੀਂ ਰੱਖਿਆ ਹੋਇਆ। ਚਾਹੇ ਤੁਸੀਂ ਕਿਸੇ ਵੀ ਆਥਰ ਨੂੰ ਪਕੜੋ, ਉਹਨਾਂ ਦੀ ਕਿਤਾਬ 100 ਸਾਲ ਪੁਰਾਣੀ ਹੈ, ਉਹ ਇੱਕ ਕਿਤਾਬ ਦੇ ਕਈ ਮਿਲੀਅਨ ਔਰ ਬੁੱਕਸ ਫ੍ਰੀ ਵੰਡੀ ਜਾ ਰਹੀਆਂ ਨੇ, ਔਰ ਉਸ ਵਿੱਚ ਉਹ ਗਿਆਨ ਲੋਕੀ ਲੈ ਰਹੇ ਨੇ। ਅਸੀਂ ਕੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਆਪਣੇ ਗਿਆਨ ਨੂੰ ਇੰਨਾ ਰਿਜਿਡ ਕਰਕੇ ਨਾ ਪਕੜ ਕੇ ਰੱਖ ਲਿੱਤਾ ਹੈ ਜੀ। ਤੇ ਹਲਕਾ ਜਿਹਾ ਅਸੀਂ ਅਗਰ ਉਸ ਗਿਆਨ ਨੂੰ ਅਸੀਂ ਮਾਡਰਨ ਤਰੀਕੇ ਨਾਲ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਮੰਨ ਲਓ ਕਿਸੇ ਨੇ ਕੋਈ ਬਾਣੀ ਨੂੰ ਕੋਸ਼ਿਸ਼ ਕੀਤੀ ਕੋਈ ਟਰਾਂਸਲੇਟ ਕਰਨ ਦੀ, ਤੇ ਹਲਕੀ ਜਿਹੀ ਗਲਤੀ ਹੋ ਜਾਂਦੀ ਹੈ ਨਾ, ਉਹ ਉਹਦੇ ਪਿੱਛੇ ਪੈ ਜਾਂਦੇ ਨੇ ਜੀ। ਤੇ ਗਿਆਨ ਤੇ ਦੇਖੋ ਐਂਡਲੈਸ ਹੈ, ਜਿਹਨੂੰ ਜਿੰਨਾ ਸਮਝ ਆ ਰਿਹਾ ਹੈ ਉਹ
ਉਸ ਗਿਆਨ ਨੂੰ ਉਵੇਂ ਯੂਜ਼ ਕਰੇਗਾ। ਸੋ ਨਾਓ ਅਸੀਂ ਜਦ ਦੇਖੋ, ਮੈਂ ਜਦ ਇੰਨੀ ਸਾਰੀ ਕਿਤਾਬਾਂ ਪੜ੍ਹੀਆਂ, ਉਹਨਾਂ ਵਿੱਚ ਜੋ ਗਿਆਨ ਬੋਲਿਆ ਗਿਆ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਵੀ 550 ਸਾਲ ਪਹਿਲੇ ਬੋਲਿਆ ਗਿਆ। ਮਤਲਬ ਮੈਂ ਉਹਦੀ ਇੱਕ ਕੰਪੈਰੀਟਿਵ ਸਟੱਡੀ ਆਪਣੇ ਹਿਸਾਬ ਨਾਲ ਕਰਦਾ ਪਿਆ। ਇਹ ਨਹੀਂ ਕਿ ਕਿਉਂਕਿ ਮੈਨੂੰ ਪਤਾ ਹੈ ਮੈਂ ਅਗਰ ਓਪਨ ਕਰਾਂਗਾ ਨਾ, ਤਾਂ ਹੋਏਗਾ ਕਿ ਮੇਰੇ ਪਿੱਛੇ ਹੀ ਲੋਕ ਪੈ ਜਾਣਗੇ ਕਿ ਤੁਸੀਂ ਇਹ ਕਰ ਰਹੇ ਹੋ, ਉਹ ਕਰ ਰਹੇ ਹੋ। ਸੋ ਉਹ ਕੰਪੈਰੀਟਿਵ ਸਟੱਡੀ ਮੈਂ ਆਪਣੇ ਵਾਸਤੇ ਰੱਖ ਰਿਹਾ ਕਿ ਅਗਰ ਮੰਨ ਲਓ ਇਸ ਆਥਰ ਨੇ ਇਹ ਗੱਲ ਕਹੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ 550 ਸਾਲ ਪਹਿਲੇ ਇਹ ਗੱਲ ਕਹੀ ਸੀ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਵੀ ਇੱਕ ਵਾਰ ਪੂਰੇ ਦਰਸ਼ਨ ਕੀਤੇ ਹੋਏ ਨੇ। ਸੋ ਔਰ ਮੈਂ ਰੈਗੂਲਰ ਜਿੰਨਾ ਮੈਨੂੰ ਟਾਈਮ ਮਿਲਦਾ ਹੈ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ, ਤੇ ਐਂਡਲੈਸ ਹੈ। ਪਰ ਅਸੀਂ ਲੋਕਾਂ ਨੇ ਕੀ ਕੀਤਾ ਹੋਇਆ, ਉਹਨੂੰ ਨਾ ਸਵੇਰੇ ਮੱਥਾ ਟੇਕਣ 'ਤੇ ਹੀ ਸੀਮਿਤ ਰੱਖਿਆ ਹੋਇਆ। ਇਹ ਸਾਡਾ ਇੱਕ ਬੜਾ ਡਰਾਬੈਕ ਹੈ, ਜਦਕਿ ਸਾਨੂੰ ਉਹਨੂੰ ਐਕਸਪਲੋਰ ਕਰਨਾ ਚਾਹੀਦਾ ਸੀ। ਤੇ ਤੁਹਾਨੂੰ ਅਗਰ ਗੁਰਬਾਣੀ ਦੀ ਗੱਲ ਅਸੀਂ ਕਰ ਹੀ ਰਹੇ ਹਾਂ, ਕੋਈ ਐਸਾ ਖਾਸ ਸ਼ਬਦ ਜੋ ਹਮੇਸ਼ਾ ਤੁਹਾਡੇ ਦਿਲ ਦਿਮਾਗ 'ਚ ਰਹਿੰਦਾ ਹੋਵੇ, ਲੱਗਦਾ ਹੋਵੇ ਤੁਹਾਨੂੰ ਕਿ ਹਾਂ ਇਹ ਮੈਨੂੰ ਬਹੁਤ ਅੰਦਰੋਂ ਸਟਰੈਂਥ ਦੇ ਰਿਹਾ? ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਾ ਜਿਹੜੀ ਸਭ ਤੋਂ ਜਪਜੀ ਸਾਹਿਬ ਤੋਂ ਬਾਅਦ ਇੱਕ ਸਭ ਤੋਂ ਪਹਿਲੀ ਤੁਕ ਆਉਂਦੀ ਹੈ, ਕਸਤੂਰ ਕੁੰਗੂ ਅਗਰ ਚੰਦ। ਤੁਸੀਂ ਐਡਿਟ ਕਰ ਲੈਣਾ, ਮੈਨੂੰ ਇੱਕਦਮ ਯਾਦ ਨਹੀਂ ਆ ਰਿਹਾ। ਜਿਹੜੀ ਸਭ ਤੋਂ ਪਹਿਲੀ ਜਿਹੜੀ ਤੁਕ ਹੈ ਨਾ, ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਦੁਨੀਆ ਦੀ ਸਾਰੀ ਦੌਲਤ ਤੁਹਾਡੇ ਕੋਲ ਹੋਏ, ਕਮਾਓ, ਜੀ ਸਦਕੇ ਹੋ ਕੇ ਤੁਸੀਂ ਉਹ ਸਾਰੀ ਦੌਲਤ ਕਮਾਓ, ਬਟ ਉਹ ਜਿਹੜੀ ਦੌਲਤ ਹੈ ਨਾ, ਦੌਲਤ ਹੁੰਦੇ ਹੋਏ ਤੁਸੀਂ ਨਾ ਗੁਰੂ ਸਾਹਿਬ ਨੂੰ ਨਾ ਭੁੱਲੋ। ਤੋ ਉਹ ਤੁਕ ਮੈंने ਆਪਣੇ ਮਨ ਵਿੱਚ ਬਿਠਾਈ ਹੋਈ ਹੈ। ਮਤਲਬ ਮੈਂ ਮਿਹਨਤ ਆਪਣੀ ਪੂਰੀ ਕਰਦਾ, ਬਟ ਉਹ ਸਭ ਕੁਝ ਹੁੰਦੇ ਹੋਏ ਵੀ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਅਸੀਂ ਸੁਸਾਇਟੀ ਨੂੰ ਦੇਣ ਵਾਸਤੇ ਤੇ ਗੁਰੂ ਸਾਹਿਬ ਨੂੰ ਯਾਦ ਹਮੇਸ਼ਾ ਕਰਦੇ ਰਹਿੰਦੇ ਹਾਂ। ਪ੍ਰਾਊਡ ਸਿੱਖ ਐਂਟਰਪ੍ਰੈਨਿਓਰ ਦੇ ਅੱਜ ਦੇ ਸਫ਼ਰ 'ਚ ਬਸ ਇੰਨਾ ਹੀ। ਡਾਕਟਰ ਪਰਮੀਤ ਸਿੰਘ ਚੱਡਾ ਜੀ ਨੂੰ ਬਹੁਤ-ਬਹੁਤ ਧੰਨਵਾਦ, ਤੇ ਸਭ ਨੂੰ ਸਤਿ ਸ੍ਰੀ ਅਕਾਲ। ਮੈਂ ਗਲੋਬਲ ਮਿਡਾਸ ਫਾਊਂਡੇਸ਼ਨ ਦੇ ਜਿਹੜੇ ਚੇਅਰਮੈਨ ਹੈਗੇ ਨੇ ਸਰਦਾਰ ਇੰਦਰਪ੍ਰੀਤ ਸਿੰਘ ਜੀ, ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹੁੰਦਾ ਕਿ ਉਹ ਇੰਨਾ ਚੰਗਾ ਸੁਚੱਜਾ ਕੰਮ ਕਰਦੇ ਪਏ ਨੇ, ਔਰ ਮੈਂ ਆਪਣੇ ਔਰ ਆਪਣੀ ਪੂਰੀ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੀ ਟੀਮ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈ, ਔਰ ਰੱਬ ਅੱਗੇ ਦੁਆ ਕਰਾਂਗਾ ਕਿ ਉਹ ਚੜ੍ਹਦੀ ਕਲਾ ਵਿੱਚ ਇਸੇ ਤਰ੍ਹਾਂ ਹੋਰ ਵਧੀਆ ਕੰਮ ਕਰਨ, ਤਾਂ ਕਿ ਸਿੱਖ ਕੌਮ ਇਕੱਠੇ ਹੋ ਕੇ ਅੱਗੇ ਵਧ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।